ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ, ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਇਹਦੇ ਵਿੱਚ ਅਸੀਂ ਸੰਪੂਰਨ ਸੰਖਿਆਵਾਂ ਦੀ ਜਿਹੜੀ ਲਾਸਟ ਅਭਿਆਸ ਹੈ ਸਾਡੇ ਕੋਲ 1.4 ਐਕਸਰਸਾਈਜ਼ 1.4 ਉਹਦੇ ਤਿੰਨ ਕੁਐਸਚਨ ਜਿਹੜੇ ਆਪਾਂ ਪਹਿਲਾਂ ਕਰ ਲਏ ਸੀ ਲਾਸਟ ਵੀਡੀਓ ਦੇ ਵਿੱਚ। ਅੱਜ ਅਸੀਂ 4th 5th 6th ਤੇ 7th ਜਿਹੜੇ ਕੁਐਸਚਨਸ ਹੈਗੇ ਆ ਉਹ ਅਟੈਂਪਟ ਕਰਾਂਗੇ। ਠੀਕ ਹੈ, ਤਾਂ ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ 4th ਕੁਐਸਚਨ ਦੀ ਸਟੇਟਮੈਂਟ। तो चौथे सवाल की रकम जी साडे कोल तुसीं देख सकते हो स्क्रीन के उत्ते। 5 ਇਹੋ ਜਿਹੀਆਂ ਸੰਪੂਰਨ ਸੰਖਿਆਵਾਂ a, b ਦੇ ਜੋੜੇ ਲਿਖੋ ਤਾਂ ਕਿ a ਭਾਗ b ਬਰਾਬਰ ਘਟਾਓ 3 ਹੈ। ਇਸ ਤਰ੍ਹਾਂ ਦਾ ਇੱਕ ਜੋੜਾ 6, -2 ਹੈ ਸਾਡੇ ਕੋਲ। ਕਿਉਂਕਿ 6 ਨੂੰ ਜੇਕਰ ਅਸੀਂ ਭਾਗ ਕਰਾਂਗੇ ਘਟਾਓ ਦੇ 2 ਦੇ ਨਾਲ, 6 ਨੂੰ ਡਿਵਾਈਡ ਕਰਾਂਗੇ -2 ਦੇ ਨਾਲ, ਤੇ ਸਾਡੇ ਕੋਲ ਜਿਹੜਾ ਆਨਸਰ ਹੈ ਉਹ -3 ਆਉਂਦਾ ਹੈ। ਠੀਕ ਹੈ, ਤਾਂ ਇਸੇ ਢੰਗ ਦੇ ਹੋਰ ਜੋੜੇ ਆਪਾਂ ਲੱਭਣੇ ਨੇ ਹਲ। ठीक है, तो क्वेश्चन तुसीं सवाल जिहड़ा समझ गए होवोगे। ए ते बी दीयां ਇਹੋ ਜਿਹੀਆਂ ਦੋ ਅਸੀਂ ਕੀਮਤਾਂ ਲੱਭਣੀਆਂ ਕਿ ए ਨੂੰ b ਦੇ ਨਾਲ ਭਾਗ ਕਰੀਏ ਤੇ ਸਾਡੇ ਕੋਲ ਜਿਹੜਾ ਆਨਸਰ ਹੈ ਉਹ -3 ਆਵੇ। ਠੀਕ ਹੈ, ਔਰ ਇਹੋ ਜਿਹੇ ਅਸੀਂ ਪੰਜ ਜੋੜੇ ਲੱਭਣੇ ਨੇ। ਠੀਕ ਹੈ, ਸੋ ਇਹਦੇ ਲਈ ਅਸੀਂ ਇੱਕ ਚੀਜ਼ ਦਾ ਧਿਆਨ ਇਹ ਰੱਖਾਂਗੇ ਕਿ ਜਦੋਂ, ਕਿਉਂਕਿ ਸਾਨੂੰ ਜਿਹੜਾ ਉੱਤਰ ਹੈ ਉਹ -3 ਚਾਹੀਦੇ ਨੇ। ਠੀਕ ਹੈ, तो ਜਿਹੜੀਆਂ ਦੋ ਸੰਖਿਆਵਾਂ ਨੂੰ ਅਸੀਂ a ਤੇ b ਮੰਨਣਾ ਹੈ, a ਨੂੰ b ਦੇ ਨਾਲ ਡਿਵਾਈਡ ਕਰਨਾ, ਉਹਨਾਂ ਦੋਨਾਂ ਦੇ ਵਿੱਚੋਂ ਇੱਕ ਜਿਹੜੀ ਸੰਖਿਆ ਹੈ, ਇੱਕ ਨੰਬਰ ਹੈ, ਉਹ ਸਾਨੂੰ ਮਾਈਨਸ ਦਾ ਘਟਾਓ ਦਾ ਲੈਣਾ ਪਏਗਾ, ਤਾਂ ਹੀ ਸਾਡੇ ਕੋਲ ਜਿਹੜਾ ਆਨਸਰ ਹੈ ਉਹ -3 ਹੋਏਗਾ। ਠੀਕ ਹੈ, ਜਿਵੇਂ ਹੁਣ ਇਹਦੇ ਵਿੱਚ ਸਾਡੇ ਕੋਲ ਇੱਕ ਜੋੜਾ ਲਿਆ ਗਿਆ ਸੀ 6, -2। 6 ਨੂੰ ਘਟਾਓ ਦੇ 2 ਨਾਲ ਭਾਗ ਕੀਤਾ ਤੇ ਘਟਾਓ ਦੇ 3 ਜਿਹੜੇ ਸਾਡੇ ਕੋਲ ਆ ਜਾਂਦੇ ਨੇ। ਠੀਕ ਹੈ, ਇਸੇ ਢੰਗ ਦੇ ਨਾਲ ਅਸੀਂ ਘਟਾਓ ਦੇ 6 ਤੇ 2 ਵੀ ਲੈ ਸਕਦੇ ਹਾਂ। ਠੀਕ ਹੈ, ਘਟਾਓ ਦੇ 6 ਤੇ 2 ਜੇਕਰ ਅਸੀਂ ਲਵਾਂਗੇ ਤਾਂ ਘਟਾਓ ਦੇ 6 ਨੂੰ 2 ਦੇ ਨਾਲ ਭਾਗ ਕਰਨ ਤੇ ਵੀ ਸਾਡੇ ਕੋਲ ਉੱਤਰ -3 ਹੀ, ਘਟਾਓ ਦੇ 3 ਹੀ ਪ੍ਰਾਪਤ ਹੋਣਗੇ। ਠੀਕ ਹੈ, ਇਸੇ ਢੰਗ ਦੇ ਨਾਲ ਅਸੀਂ ਇੱਥੇ 6 ਜਿਹੜਾ ਸਾਡੇ ਕੋਲੇ 3 ਦੇ ਪਹਾੜੇ ਦੇ ਵਿੱਚ ਆਉਂਦਾ ਹੈ, ਤਾਂ 3 ਦੇ ਪਹਾੜੇ ਦੇ ਵਿੱਚ ਅਗਲੀ ਸੰਖਿਆ ਕਿਹੜੀ ਆਉਂਦੀ ਹੈ? 9। ਠੀਕ ਹੈ, ਤਾਂ ਇੱਕ ਸੰਖਿਆ ਆਪਾਂ 9, ਤਾਂ 9 ਦੇ ਨਾਲ ਦੂਜੀ ਜਿਹੜੀ ਸੰਖਿਆ 9 ਨੂੰ ਅਸੀਂ 3 ਦੇ ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ 3 ਆਏਗਾ। ਠੀਕ ਹੈ, ਪਰ ਘਟਾਓ ਦੇ 3 ਲਵਾਂਗੇ ਫਿਰ ਸਾਡੇ ਕੋਲ -3 ਆ ਜਾਏਗਾ। ਠੀਕ ਹੈ, तो ਇਹ ਸਾਡੇ ਕੋਲ ਬਣੇਗਾ 9 ਨੂੰ ਜੇਕਰ ਅਸੀਂ ਭਾਗ ਕਰਾਂਗੇ -3 ਦੇ ਨਾਲ ਤੇ ਇਹ ਸਾਡੇ ਕੋਲ ਬਣੇਗਾ 9 ਵਟਾ -3। ਠੀਕ ਹੈ, ਕਿਉਂਕਿ ਅੰਸ਼ ਤੇ ਹਰ ਸਿਰਫ ਦੋਨਾਂ ਦੇ ਵਿੱਚੋਂ ਇੱਕ ਦੇ ਨਾਲ ਘਟਾਓ ਦਾ ਸਾਈਨ ਹੈ, ਇਸ ਕਰਕੇ ਮਾਈਨਸ ਦਾ ਸਾਈਨ ਆਏਗਾ। 9 ਨੂੰ 3 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 3 ਆ ਜਾਏਗਾ। ਠੀਕ ਹੈ, ਇਸੇ ਢੰਗ ਦੇ ਨਾਲ ਸਾਡੇ ਕੋਲ 3 ਦੇ ਟੇਬਲ ਦੇ ਵਿੱਚ ਅਗਲੀ ਸੰਖਿਆ ਜਿਹੜੀ ਆਉਂਦੀ ਹੈ 12 ਆਉਂਦੀ ਹੈ ਨਾ, 12। तो 12 ਨੂੰ ਕਿਸ ਸੰਖਿਆ ਨਾਲ ਡਿਵਾਈਡ ਕਰੀਏ ਕਿ ਸਾਡੇ ਕੋਲ 3 ਹੋ ਜਾਏ? 4 3s are 12 ਹੁੰਦਾ ਹੈ। ਦੈਟ ਮੀਨਸ 4 ਦੇ ਨਾਲ ਅਗਰ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ -3 ਆਨਸਰ ਆ ਜਾਏਗਾ। ਠੀਕ ਹੈ, ਇਹਦੇ ਵਿੱਚ ਵੀ ਅਸੀਂ -4 ਲੈ ਲਾਂਗੇ, तो 12 ਨੂੰ ਭਾਗ ਕਰਾਂਗੇ -4 ਦੇ ਨਾਲ। ਠੀਕ ਹੈ, तो 12 ਵਟਾ -4 ਇਹ ਮੇਰੇ ਕੋਲ -3 ਬਣ ਜਾਏਗਾ। ਠੀਕ ਹੈ, 3 ਜੋੜੇ ਹੋ ਗਏ, ਇਸ ਤੋਂ ਬਾਅਦ 2 ਜੋੜੇ ਹੋਰ ਆਪਾਂ ਲੈਣੇ ਨੇ। तो 3 ਦੇ ਪਹਾੜੇ ਦੇ ਵਿੱਚ 12 ਤੋਂ ਬਾਅਦ ਅਗਲੀ ਜਿਹੜੀ ਸੰਖਿਆ ਉਹ 15 ਆਉਂਦੀ ਹੈ ਸਾਡੇ ਕੋਲ 15। ਠੀਕ ਹੈ, ਹੁਣ ਅਸੀਂ ਘਟਾਓ ਦੇ 15 ਲੈ ਲੈਣੇ। ਘਟਾਓ ਦੇ 15 ਨੂੰ ਕਿਸ ਸੰਖਿਆ ਨਾਲ ਭਾਗ ਕਰੀਏ ਕਿ ਸਾਡੇ ਕੋਲ 3 ਆਏ? 5 3 15 ਹੁੰਦੇ ਨੇ, ਤਾਂ 5 3s 15 ਹੁੰਦੇ ਆ, ਤੇ ਇਹਨੂੰ 5 ਦੇ ਨਾਲ ਅਸੀਂ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ ਘਟਾਓ ਦੇ 3 -3 ਜਿਹੜਾ ਉੱਤਰ ਉਹ ਬਣ ਜਾਏਗਾ। ਠੀਕ, तो -15/5 ਇਕੁਅਲਸ ਟੂ -3। ਠੀਕ ਹੈ, ਇੱਕ ਲਾਸਟ ਜੋੜਾ ਜਿਹੜਾ ਅਸੀਂ ਹੋਰ ਲੈਣਾ। 3 ਦੇ ਪਹਾੜੇ ਦੇ ਵਿੱਚ, 3 ਦੇ ਟੇਬਲ ਦੇ ਵਿੱਚ ਅਗਲੀ ਸੰਖਿਆ ਹੁੰਦੀ ਹੈ ਸਾਡੇ ਕੋਲ 18। ਠੀਕ ਹੈ, 18 ਨੂੰ ਅਸੀਂ 6 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਉੱਤਰ ਜਿਹੜਾ ਉਹ 3 ਆਏਗਾ। ਤਾਂ ਅਸੀਂ ਇਹਦੇ ਵਿੱਚੋਂ 18 ਜਾਂ 6 ਦੋਨਾਂ ਦੇ ਵਿੱਚੋਂ ਕਿਸੇ ਨੂੰ ਵੀ ਮਾਈਨਸ ਦਾ ਲੈ ਸਕਦੇ ਹਾਂ। ਠੀਕ ਹੈ, ਤਾਂ 18 ਭਾਗ -6 ਇਹ ਸਾਡੇ ਕੋਲ ਬਣੇਗਾ 18 ਵਟਾ ਘਟਾਓ ਦੇ 6, ਤਾਂ ਬਰਾਬਰ ਸਾਡੇ ਕੋਲ ਕੀ ਆ ਜਾਏਗਾ? -3। ਠੀਕ ਹੈ, ਤਾਂ ਇਸ ਢੰਗ ਦੇ ਨਾਲ ਪੰਜ ਜਿਹੜੀਆਂ ਸੰਪੂਰਨ ਸੰਖਿਆਵਾਂ ਦੇ 5 ਜੋੜੇ ਲੈਣੇ ਸੀ ਉਹ ਸਾਡੇ ਕੋਲ ਇਹ ਪੰਜੋਂ ਇਸ ਢੰਗ ਦੇ ਨਾਲ ਬਣ ਜਾਂਦੇ ਨੇ। ਠੀਕ ਹੈ, तो अगला सवाल देखते हैं। अगला सवाल साडे कोल है कि दोपहर 12 बजे तापमान 0 तो 10 डिग्री ज्यादा सी। जेकर तापमान अद्धी रात तक 2 डिग्री सेंटीग्रेड प्रति घंटे की दर नाल घटदा होवे तां किहड़े समय तापमान 0 थल्ले होवेगा? अद्धी रात ਨੂੰ ਤਾਪਮਾਨ ਕਿੰਨਾ ਹੋਵੇਗਾ? ठीक है,
तो ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਦੁਪਹਿਰ ਨੂੰ 12 ਵਜੇ ਜਿਹੜਾ ਤਾਪਮਾਨ ਹੈ ਉਹ ਸਾਡੇ ਕੋਲ ਕਿੰਨਾ ਹੈ, 0 ਤੋਂ 10 ਡਿਗਰੀ ਸੈਲਸੀਅਸ ਜ਼ਿਆਦਾ, ਦੈਟ ਮੀਨਸ ਉਹ 10 ਡਿਗਰੀ ਸੈਲਸੀਅਸ 10 ਡਿਗਰੀ ਸੈਲਸੀਅਸ ਹੈ ਸਾਡੇ ਕੋਲ, ਠੀਕ ਹੈ। तो ਅਸੀਂ ਇੱਥੇ ਲਿਖ ਲੈਂਦੇ ਹਾਂ ਦੁਪਹਿਰ ਨੂੰ ਤਾਪਮਾਨ, ਦੁਪਹਿਰ ਨੂੰ 12 ਵਜੇ ਤਾਪਮਾਨ। ਦੁਪਹਿਰ ਨੂੰ ਤਾਪਮਾਨ 12 ਵਜੇ ਜਿਹੜਾ ਤਾਪਮਾਨ ਉਹ ਸਾਡੇ ਕੋਲ ਕਿੰਨਾ ਹੈ, 10 ਡਿਗਰੀ ਸੈਲਸੀਅਸ, ਠੀਕ ਹੈ। ਜੇਕਰ ਤਾਪਮਾਨ ਅੱਧੀ ਰਾਤ ਤੱਕ 2 ਡਿਗਰੀ ਪ੍ਰਤੀ ਘੰਟੇ ਦੀ ਦਰ ਨਾਲ ਘਟਦਾ ਹੋਵੇ, ਮਤਲਬ 12 ਵਜੇ ਤੋਂ ਲੈ ਕੇ ਅੱਗੇ ਜੇ ਅਸੀਂ ਚੱਲਦੇ ਜਾਈਏ, 12 ਤੋਂ ਬਾਅਦ 1 ਵਜੇ 2 ਵਜੇ 3 ਵਜੇ ਹਰ 1 ਘੰਟੇ ਦੇ ਬਾਅਦ ਜਿਹੜਾ ਟੈਂਪਰੇਚਰ ਹੈ, ਤਾਪਮਾਨ ਹੈ, ਉਹ 2 ਡਿਗਰੀ ਘਟ ਜਾਂਦਾ ਹੈ। मतलब अगर 12 बजे 10 डिग्री सेल्सियस है तो 1 बजे ਜਿਹੜਾ ਉਹ 8 डिग्री सेल्सियस रह जाएगा, ठीक है। तो 2 बजे 2 डिग्री होर घट जाएगा तो वो ਸਾਡੇ ਕੋਲ 6 डिग्री सेल्सियस रह जाएगा, ठीक। तो ਕਿਹੜੇ ਸਮੇਂ ਤਾਪਮਾਨ 0 ਤੋਂ 8 डिग्री सेल्सियस ਥੱਲੇ ਹੋਵੇਗਾ। 0 ਤੋਂ 8 डिग्री ਥੱਲੇ ਦਾ ਮਤਲਬ ਹੈ ਕਿ ਜਿਹੜਾ ਤਾਪਮਾਨ ਹੈ ਇਹ ਸਾਨੂੰ ਪੁੱਛਿਆ ਗਿਆ ਕਿ ਕਦੋਂ -8 डिग्री सेल्सियस ਹੋਏਗਾ, ठीक है। ਘਟਾਓ ਦੇ 8 डिग्री सेल्सियस ਇਹ ਅਸੀਂ ਪਤਾ ਕਰਨਾ, ठीक है। ਇਹਦੇ ਚ ਅਸੀਂ ਦੋ ਚੀਜ਼ਾਂ ਪਤਾ ਕਰਨੀਆਂ ਨੇ। ਇੱਕ ਤਾਂ ਇਹ ਪਤਾ ਕਰਨਾ ਹੈ ਕਿ 10 ਡਿਗਰੀ ਤੋਂ ਤਾਪਮਾਨ ਘਟਦਾ ਕਿੰਨੇ ਵਜੇ -8 ਡਿਗਰੀ ਸੈਲਸੀਅਸ ਹੋ ਜਾਏਗਾ। ਦੂਸਰਾ ਅਸੀਂ ਇਹ ਪਤਾ ਕਰਨਾ ਹੈ ਕਿ ਅੱਧੀ ਰਾਤ ਨੂੰ ਭਾਵ ਰਾਤ ਦੇ 12 ਵਜੇ ਜਿਹੜਾ ਤਾਪਮਾਨ ਹੈ ਉਹ ਸਾਡੇ ਕੋਲ ਕਿੰਨਾ ਹੋਏਗਾ, ਠੀਕ ਹੈ। तो ਇਹਨੂੰ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਆਪਾਂ ਇੱਥੇ ਇੱਕ ਨੰਬਰ ਲਾਈਨ ਜਿਹੜੀ ਉਹ ਸੰਖਿਆ ਰੇਖਾ ਬਣਾਉਣੇ ਆ। तो ये साडे कोल संख्या रेखा के उत्ते तापमान जिहड़ा आपां दर्शा लिया, ठीक है। सब तो ये देख सकते हो तुसीं 10 डिग्री सैल्सीअस तो 2 डिग्री घटदा होया तापमान जिहड़ा वो साडे कोल -8 डिग्री -10 डिग्री सैल्सीअस तक भी जांदा है, ठीक है। इत्थे मैं -12 डिग्री सैल्सीअस लिख लेना, ठीक है। तो हुण देखो 10 डिग्री तो जेकर असीं स्टार्ट करांगे 10 डिग्री तो 1 घंटे बाद जिहड़ा तापमान है वो रह जांदा है 8 डिग्री सैल्सीअस, ठीक है। उस तो बाद अगले 1 घंटे बाद तापमान होर 2 डिग्री घट जाता है 6 डिग्री सैल्सीअस रह जाता है। उस तो बाद फिर होर घटता है 4 डिग्री सैल्सीअस, फिर उस तो बाद 2 डिग्री सैल्सीअस, फिर उस तो बाद 0 डिग्री सैल्सीअस, इस तो बाद -2 डिग्री सैल्सीअस, ठीक है ना। 0 तो नीचे जो जाएगा तो साडे कोल नैगेटिव टैंपरेचर जिहड़ा आ जाएगा, -4 डिग्री सैल्सीअस, -8 डिग्री सैल्सीअस, -6 डिग्री, इस तो बाद घटाओ दे 8 डिग्री सैल्सीअस, ठीक है। तो क्वेश्चन ਦੇ ਵਿੱਚ ਸਾਨੂੰ ਇਹ ਕਿਹਾ ਗਿਆ ਸੀ ਜੇਕਰ ਹਰ 1 ਘੰਟੇ ਦੇ ਬਾਅਦ 2 ਡਿਗਰੀ ਟੈਂਪਰੇਚਰ ਘਟਦਾ ਜਾਂਦਾ ਹੈ ਤਾਂ ਸਾਡੇ ਕੋਲ -8 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਕਿਹੜੇ ਸਮੇਂ ਜਿਹੜਾ ਤਾਪਮਾਨ ਹੋਏਗਾ, ਕਿਹੜੇ ਸਮੇਂ -8 ਡਿਗਰੀ ਸੈਂਟੀਗ੍ਰੇਡ ਸਾਡੇ ਕੋਲ ਤਾਪਮਾਨ ਹੋ ਜਾਏਗਾ, ਠੀਕ ਹੈ। तो ਅਸੀਂ ਇੱਥੇ ਦੇਖ ਲੈਂਦੇ ਹਾਂ ਨਾਲ ਜੇਕਰ ਸਾਡੇ ਕੋਲ 10 डिग्री ਸੈਲਸੀਅਸ ਜਿਹੜਾ ਤਾਪਮਾਨ ਉਹ 12 ਵਜੇ ਸੀਗਾ, ठीक है, 12 बजे, तो उस तो 1 घंटे बाद साडे कोल कितना टाइम होएगा, 1 बजेगा, ठीक है। 1 बजे 8 डिग्री सैल्सीअस होएगा, फिर 2 बजे जरा 6 डिग्री सैल्सीअस होएगा, 3 बजे 4 डिग्री सैल्सीअस होएगा, 4 बजे 2 डिग्री सैल्सीअस, फिर 5 बजे 0 डिग्री सैल्सीअस होएगा, इस तो बाद 6 बजे 2 डिग्री सैल्सीअस, 7 बजे -4 डिग्री सैल्सीअस, 8 बजे -6 डिग्री सैल्सीअस, फिर 9 बजे -8 डिग्री सैल्सीअस, ठीक है जी। तो ਅਸੀਂ देख सकते हैं 9 ਤੋਂ 12 ਵਜੇ ਤੋਂ ਲੈ ਕੇ ਅਗਰ ਹਰ 1 ਘੰਟੇ ਬਾਅਦ 2-2 डिग्री ਟੈਂਪਰੇਚਰ ਜਿਹੜਾ ਘਟਦਾ ਜਾਂਦਾ ਹੈ ਤਾਂ -8 डिग्री ਜਿਹੜਾ ਟੈਂਪਰੇਚਰ ਹੈ ਉਹ ਸਾਡੇ ਕੋਲ ਹੁੰਦਾ ਹੈ ਰਾਤ ਦੇ
9 ਵਜੇ। ਠੀਕ ਹੈ, तो ਅਸੀਂ ਲਿਖ ਸਕਦੇ ਹਾਂ ਕਿ ਰਾਤ ਦੇ 9 ਵਜੇ ਜਿਹੜਾ ਟੈਂਪਰੇਚਰ ਹੈ, ਤਾਪਮਾਨ ਹੈ, ਉਹ 0 ਤੋਂ 8 ਡਿਗਰੀ ਸੈਲਸੀਅਸ ਥੱਲੇ ਹੋਵੇਗਾ। ਠੀਕ ਹੈ, ਇਸ ਤਰ੍ਹਾਂ ਰਾਤ ਦੇ 9 ਵਜੇ ਤਾਪਮਾਨ 0 ਤੋਂ 8 ਡਿਗਰੀ ਸੈਲਸੀਅਸ ਥੱਲੇ ਹੋਵੇਗਾ। ठीक है, 8 डिग्री सैल्सियस थले होगा। अच्छा, इस तो बाद हुण असीं ये देखना 9 बजे तक तां साडे कोल -8 डिग्री टैंपरेचर हो गया। इस तो बाद 12 बजे भाव अद्धी रात नूं जिहड़ा तापमान कितना होएगा, रात नूं 12 बजे तापमान कितना होएगा। ठीक है, उहदे लई आपां इहनूं थोड़ा जिहा नंबर लाइन नूं होर एक्सटेंड कर लैंदे हां। ਹਾਂਜੀ, तो इस तो बाद साडे कोल इत्थे हो जाएगा -14 डिग्री सैल्सियस, -16 डिग्री सैल्सियस। ठीक है, तो 9 बजे तो बाद 10 बजे जिहड़ा तापमान है वो साडे कोल बन जाएगा -10 डिग्री सैल्सियस, और 11 बजे तापमान साडे कोल हो जाएगा -12 डिग्री सैल्सियस, और रात के 12 बजे भाव अद्धी रात नूं जिहड़ा टैंपरेचर है वो साडे कोल कितना होएगा, घटाओ दे 14 डिग्री सैल्सियस। ठीक है, ठीक, तो असी इस संख्या रेखा तो दोनों चीज़ां पता कर लिया ने। पहला तो यह कि तापमान जिहड़ा -8 डिग्री सैल्सियस साडे कोल कितने बजे होएगा, वो रात के 9 बजे होएगा। उस तो बाद अद्धी रात नूं जिहड़ा तापमान है वो साडे कोल कितना होएगा। ठीक, अते अद्धी रात नूं 12 बजे रात नूं तापमान -14 डिग्री सैल्सियस होएगा। ठीक है, -14 डिग्री का मतलब है कि जिहड़ा टैंपरेचर है वो 0 तो 14 डिग्री सैल्सियस थले होएगा। ठीक है, तो इस तरह असी 5वें सवाल नूं हल कर सकते हैं। संख्या रेखा के उत्ते तापमान नूं दर्शा के ते उहदे नाल हर 1 घंटे बाद असी देखांगे तापमान 2-2 डिग्री घटदा है। तो हर 1 घंटे दे नाल सानूं पता लगदा जाएगा कि -8 डिग्री सैल्सियस साडे कोल किन्ने बजे होएगा, ते उस तो बाद रात नूं 12 बजे तापमान जिहड़ा ओह किन्ना होएगा। ठीक है स्टूडेंट्स, तो इहनूं इस ढंग दे नाल तुसीं कर लेना सवाल नूं। इस तो बाद अगला सवाल है साडे कोल, एक क्लास टेस्ट विच हरेक सही उत्तर दे +3 जमा ਦੇ 3 अंक ਦਿੱਤੇ ਜਾਂਦੇ ਹਨ, ਅਤੇ ਹਰੇਕ ਗਲਤ ਉੱਤਰ ਲਈ ਘਟਾਓ ਦੇ 2 अंक ਦਿੱਤੇ ਜਾਂਦੇ ਹਨ, ਅਤੇ ਨਾ ਹੱਲ ਕਰਨ ਵਾਲੇ ਪ੍ਰਸ਼ਨ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। ਠੀਕ ਹੈ, ਟੈਸਟ ਹੈ ਕੋਈ ਵੀ, ਉਹਦੇ ਚ सही क्वेश्चन अगर सही आंसर दे रहे हो सवाल का, तो साडे कोल जिहड़े 3 अंक दिते जांदे ने बच्चे नूं, और अगर सवाल का आंसर गलत हो जाता है फिर उहदे 2 नंबर कट ले जाते हैं। ठीक है, घटाओ 2 अंक नूं दिते जांदे ने, भाव कि उहदे 2 अंक कट ले जाते हैं। ठीक है, जेकर कोई भी हल नहीं दिंदा फिर उहदा कोई भी अंक जिहड़ा ना दिता जांदा ते ना ही उहदा कट हुंदा है। ठीक है, राधिका ने 20 अंक प्राप्त किए। ठीक है, राधिका दे 20 मार्क्स आए। जेकर उसके 12 उत्तर सही होण ਤਾਂ ਉਸਨੇ ਕਿੰਨੇ ਪ੍ਰਸ਼ਨਾਂ ਦਾ ਉੱਤਰ ਗਲਤ ਦਿੱਤਾ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਰਾਧਿਕਾ ਦੁਆਰਾ ਪ੍ਰਾਪਤ ਕੀਤੇ ਅੰਕ। राधिका द्वारा प्राप्त किए अंक। ठीक, तो वो साडे कोल हैगे ने 20। ठीक है, तो राधिका ने 12 उत्तर जिहड़े सही कीते सी, एक सही उत्तर दे अंक एक सही उत्तर दे अंक एक सही उत्तर दे कितने अंक मिलते हैं +3। ठीक है, तो 12 उत्तर अगर उन्हें सही कीते तो 12 सही उत्तरां दे अंक
12 ਸਹੀ ਉੱਤਰਾਂ ਦੇ ਅੰਕ ਸਾਡੇ ਕੋਲ ਕਿੰਨੇ ਆਣਗੇ? 3 ਨੂੰ ਅਸੀਂ 12 ਦੇ ਨਾਲ ਗੁਣਾ ਕਰ ਦਾਂਗੇ, ਇਹ ਸਾਡੇ ਕੋਲ ਬਣ ਜਾਣਗੇ 36। ਹੁਣ ਰਾਧਿਕਾ ਨੇ 12 ਸਹੀ ਉੱਤਰਾਂ ਦੇ 12 ਜਿਹੜੇ ਸਵਾਲਾਂ ਦੇ ਸਹੀ ਉੱਤਰ ਦਿੱਤੇ ਸੀ, ਇਹਦਾ ਮਤਲਬ ਉਹਦੇ ਅੰਕ ਬਣਨੇ ਚਾਹੀਦੇ ਸੀ 36, ਪਰ ਉਹਦੇ ਅੰਕ ਜਿਹੜੇ ਪ੍ਰਾਪਤ ਹੋਏ ਉਹਨੂੰ ਉਹ ਹੈਗੇ 20। ਇਹਦਾ ਮਤਲਬ ਉਹਨੇ ਕੁਝ ਨਾ ਕੁਝ ਸਵਾਲ ਜਿਹੜੇ ਵਿੱਚੋਂ ਗਲਤ ਕੀਤੇ ਨੇ, ਜਿਹਦੇ ਕਰਕੇ ਉਹਦੇ ਨੰਬਰ ਕੱਟੇ ਗਏ ਨੇ। ਠੀਕ ਹੈ, ਤਾਂ ਅਸੀਂ ਇੱਥੇ ਲਿਖਦੇ ਹਾਂ ਹਾਂਜੀ, ਰਾਧਿਕਾ ਦੁਆਰਾ ਗਲਤ ਕੀਤੇ ਸਵਾਲਾਂ ਦੇ ਅੰਕ ਫਿਰ ਕਿੰਨੇ ਹੋਣਗੇ? 20 ਦੇ ਵਿੱਚੋਂ ਅਸੀਂ ਜਿੰਨੇ ਅੰਕ ਉਹਨੂੰ ਪ੍ਰਾਪਤ ਹੋਏ ਨੇ ਉਹਦੇ ਵਿੱਚੋਂ ਜਿੰਨੇ ਉਹਨੂੰ ਮਿਲਣੇ ਚਾਹੀਦੇ ਸੀ 36, ਉਹ ਅਸੀਂ ਮਾਈਨਸ ਕਰ ਦਿਆਂਗੇ। ਠੀਕ ਹੈ, ਔਰ ਘਟਾਉਣ ਤੇ ਇਹ ਸਾਡੇ ਕੋਲ ਜਿਹੜਾ ਬਾਕੀ ਉਹ ਕੀ ਬਣੇਗਾ? -16। ਇਹਦਾ ਮਤਲਬ ਗਲਤ ਉੱਤਰਾਂ ਦੇ ਜਿਹੜੇ ਅੰਕ ਨੇ ਰਾਧਿਕਾ ਨੂੰ ਘਟਾਓ 16, ਮਾਈਨਸ ਦੇ 16 ਮਿਲੇ ਨੇ। ਠੀਕ ਹੈ, ਇੱਕ ਗਲਤ ਉੱਤਰ ਦੇ ਜਿਹੜੇ ਅੰਕ ਕਿੰਨੇ ਨੇ? ਇੱਕ ਗਲਤ ਉੱਤਰ ਦੇ ਅੰਕ, ਹਾਂਜੀ, ਇੱਕ ਗਲਤ ਉੱਤਰ ਦੇ ਅੰਕ ਹੈਗੇ ਨੇ -2। ਠੀਕ ਹੈ, ਘਟਾਓ ਦੇ 2। ਤੇ ਰਾਧਿਕਾ ਨੂੰ ਕਿੰਨੇ ਮਿਲੇ ਨੇ ਗਲਤ ਉੱਤਰਾਂ ਦੇ? -16। ਠੀਕ ਹੈ, ਤੇ ਇਹਦਾ ਹੁਣ ਅਸੀਂ -16 ਨੂੰ ਜੇਕਰ -2 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਰਾਧਿਕਾ ਦੁਆਰਾ ਕੀਤੇ ਗਏ ਗਲਤ ਹੱਲ, ਗਲਤ ਸਵਾਲਾਂ ਦੀ ਜਿਹੜੀ ਗਿਣਤੀ ਆ ਉਹ ਸਾਡੇ ਕੋਲ ਆ ਜਾਏਗੀ। ਠੀਕ ਹੈ, ਰਾਧਿਕਾ ਦੁਆਰਾ ਗਲਤ ਕੀਤੇ ਗਏ ਸਵਾਲਾਂ ਦੀ ਗਿਣਤੀ, ਰਾਧਿਕਾ ਦੁਆਰਾ ਗਲਤ ਕੀਤੇ ਗਏ ਸਵਾਲਾਂ ਦੀ ਗਿਣਤੀ ਇਹ ਬਣੇਗੀ ਸਾਡੇ ਕੋਲ ਘਟਾਓ ਦੇ 16 ਵਟਾ ਘਟਾਓ ਦੇ 2। ਠੀਕ ਹੈ, ਇਹ 2 ਦੇ ਨਾਲ ਮਾਈਨਸ ਨਾਲ ਮਾਈਨਸ ਜਿਹੜਾ ਕੈਂਸਲ ਹੋ ਜਾਏਗਾ, 16 ਨੂੰ 2 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 8 ਪ੍ਰਾਪਤ ਹੁੰਦਾ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਾਧਿਕਾ ਨੇ 8 ਸਵਾਲ ਜਿਹੜੇ ਸੀ ਪੇਪਰ ਦੇ ਵਿੱਚ ਗਲਤ ਕੀਤੇ। इस तरह राधिका ने 8 सवालों के उत्तर या हल गलत कीते। ठीक है, तो दोबारा देखते हैं ਆਪਾਂ ਕੀ ਕੀਤਾ। ਸਭ ਤੋਂ ਪਹਿਲਾਂ ਰਾਧਿਕਾ ਦੁਆਰਾ ਪ੍ਰਾਪਤ ਅੰਕ ਜਿਹੜੇ ਸੀ ਉਹ ਅਸੀਂ ਲਿਖੇ, ਉਹ ਸਾਨੂੰ ਜਿਹੜੇ 20 ਅੰਕ ਉਹਨੇ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਸਵਾਲ ਦੇ ਵਿੱਚ ਕਿ ਰਾਧਿਕਾ ਨੇ 20 ਅੰਕ ਪ੍ਰਾਪਤ ਕੀਤੇ ਸੀ। ਠੀਕ ਹੈ, तो राधिका ने 12 सवाल ਜਿਹੜੇ ਸਹੀ ਕੀਤੇ ਸੀ, ਉਹਨਾਂ ਦੇ ਸਹੀ ਉੱਤਰ ਦਿੱਤੇ ਸੀ। ਇੱਕ ਸਹੀ ਉੱਤਰ ਦੇ 3 ਅੰਕ ਨੇ, 12 ਸਹੀ ਉੱਤਰਾਂ ਦੇ ਉਹਨੂੰ 36 ਅੰਕ ਮਿਲਣੇ ਚਾਹੀਦੇ ਸੀ, ਪਰ ਮਿਲੇ ਉਹਨੂੰ 20 ਹੈ। ਇਹਦਾ ਮਤਲਬ ਕੁਛ ਨਾ ਕੁਛ ਸਵਾਲ ਉਹਨੇ ਗਲਤ ਕੀਤੇ ਹੋਣਗੇ, ਜਿਹਦੇ ਕਰਕੇ ਉਹਦੇ ਅੰਕ ਜਿਹੜੇ 36 ਤੋਂ ਘਟ ਕੇ 20 ਰਹਿ ਗਏ। ਠੀਕ ਹੈ, तो ਗਲਤ ਉਹਨੇ ਉਹਨੂੰ ਸਵਾਲ ਜਿਹੜੇ ਕਿੰਨੇ ਅੰਕ ਜਿਹੜੇ ਗਲਤ ਸਵਾਲਾਂ ਦੇ ਮਿਲੇ ਹੋਣਗੇ ਉਹ ਪਤਾ ਕਰਨ ਲਈ ਅਸੀਂ 20 ਦੇ ਵਿੱਚੋਂ 36 ਨੂੰ ਮਾਈਨਸ ਕੀਤਾ। तो 20 ਚੋਂ 36 ਨੂੰ ਘਟਾਉਣ ਤੇ ਸਾਡੇ ਕੋਲ ਘਟਾਓ ਦੇ ਜਿਹੜੇ 16 ਬਣਦੇ ਨੇ। ਠੀਕ ਹੈ, क्योंकि छोटी संख्या ਦੇ ਵਿੱਚੋਂ ਵੱਡੀ ਸੰਖਿਆ ਘਟਾ ਰਹੇ ਹਾਂ, ਇਸ ਕਰਕੇ ਸਾਡੇ ਕੋਲ ਉੱਤਰ ਇੱਥੇ ਘਟਾਓ ਦਾ ਹੀ ਆਇਆ। ਠੀਕ ਹੈ, ਇੱਕ ਗਲਤ ਉੱਤਰ ਦੇ ਅੰਕ ਜਿਹੜੇ ਘਟਾਓ ਦੇ 2 ਸੀਗੇ। तो ਰਾਧਿਕਾ ਦੁਆਰਾ ਗਲਤ ਕੀਤੇ ਗਏ ਸਵਾਲਾਂ ਦੀ ਗਿਣਤੀ ਪਤਾ ਕਰਨ ਲਈ ਅਸੀਂ ਜਿੰਨੇ ਅੰਕ ਉਹਨੂੰ ਮਿਲੇ ਨੇ ਉਹਦੇ ਨਾਲ ਉਹਨੂੰ ਅਸੀਂ ਭਾਗ ਕੇ ਦੇ ਨਾਲ ਕੀਤਾ ਇੱਕ ਗਲਤ ਉੱਤਰ ਦੇ ਜਿੰਨੇ ਅੰਕ ਹੁੰਦੇ ਨੇ। ਠੀਕ ਹੈ, तो -16 अपॉन -2 ਭਾਗ ਕਰਨ ਤੇ ਸਾਡੇ ਕੋਲ ਜਮਾ ਦੇ 8 ਜਿਹੜੇ ਬਣ ਗਏ ਨੇ। ਠੀਕ ਹੈ, तो ਰਾਧਿਕਾ ਨੇ 8 ਸਵਾਲਾਂ ਦੇ ਹੱਲ ਜਿਹੜੇ ਗਲਤ ਕੀਤੇ। इसे ढंग का दूसरा सवाल है, ये साडे कोल पहला पार्ट सी 6वें दा। दूसरा पार्ट है मोहिनी टेस्ट विच -5 अंक प्राप्त करती है ਜਦੋਂ कि उसके 7 उत्तर सही सन, उसने किन्ने प्रश्नों का उत्तर गलत दिता। ठीक है, तो ये भी तुसी उसी ढंग दे नाल बिल्कुल इस ढंग दे नाल कर सकते हो। ठीक है, इहदे च मैं थोड़ा जिहा हिंट तुहानूं जरूर दे देना। मोहिनी ने जिहड़े अंक प्राप्त कीते ने वो -5 प्राप्त कीते ने। ठीक है, उत्तर ਉਹਦੇ 7 ਸਹੀ ਸੀ। ਅਗਰ 7 ਉੱਤਰ ਅਗਰ 7 ਉੱਤਰ ਸਹੀ ਸੀਗੇ ਮੋਹਿਨੀ ਦੇ, ਤਾਂ 7 ਨੂੰ ਅਸੀਂ ਗੁਣਾ ਕਰਾਂਗੇ 3 ਦੇ ਨਾਲ, ਇਹਦਾ ਮਤਲਬ ਉਹਦੇ 21 ਅੰਕ ਬਣਨੇ ਚਾਹੀਦੇ ਸੀ, ਪਰ ਬਣੇ ਉਹਦੇ -5 ਨੇ। ਤਾਂ ਕਿੰਨੇ ਅੰਕ ਉਹਨੂੰ ਗਲਤ ਹੱਲ ਕਰਨ ਦੇ ਮਿਲੇ, ਕਿਉਂਕਿ ਇਹਦਾ ਮਤਲਬ ਅਗਰ ਉਹਦੇ ਅੰਕ ਬਣਨੇ 21 ਚਾਹੀਦੇ ਸੀਗੇ ਪਰ ਮਿਲੇ ਉਹਨੂੰ ਘਟਾਓ ਦੇ 5 ਨੇ, ਇਹਦਾ ਮਤਲਬ ਉਸਨੇ ਬਹੁਤ ਸਾਰੇ ਸਵਾਲ ਜਿਹੜੇ ਉਹ ਗਲਤ ਵੀ ਕੀਤੇ ਹੋਣਗੇ। तो गलत अंक किन्ने ਉਹਨੂੰ ਮਿਲਿਆ ਉਹ ਪਤਾ ਕਰਨ ਲਈ -5 ਦੇ ਵਿੱਚੋਂ -21 ਨੂੰ ਮਾਈਨਸ ਕੀਤਾ ਜਾਏਗਾ ਤੇ ਇਹ ਸਾਡੇ ਕੋਲ ਬਰਾਬਰ ਜਿਹੜਾ ਮਾਈਨਸ ਦੇ 26 ਆ ਜਾਣਗੇ। ਠੀਕ ਹੈ, ਫਿਰ ਤੁਸੀਂ ਇਹ ਗਿਣਤੀ ਪਤਾ ਕਰਨ ਲਈ ਕਿ ਮੋਹਿਨੀ ਨੇ ਕਿੰਨੇ ਪ੍ਰਸ਼ਨਾਂ ਦਾ ਉੱਤਰ ਗਲਤ ਦਿੱਤਾ, -26 ਨੂੰ
-2 ਦੇ ਨਾਲ ਤੁਸੀਂ ਭਾਗ ਕਰੋਗੇ, ठीक है। -2 ਦੇ ਨਾਲ ਭਾਗ ਕਰੋਗੇ ਤੁਹਾਡੇ ਕੋਲ ਉੱਤਰ ਜਿਹੜਾ ਬਣ ਜਾਏਗਾ, ठीक है। तो बिल्कुल बाकी वर्डिंग सारी इसी ढंग ਦੇ ਨਾਲ ਰਹੇਗੀ ਜਿਵੇਂ ਆਪਾਂ ਇਹ ਕੁਐਸਚਨ ਕੀਤਾ, ਸਿਰਫ ਨੰਬਰ ਜਿਹੜੇ ਆ ਉਹ ਬਦਲਣਗੇ, ठीक है। 13 ਉੱਤਰ ਇਹਦਾ ਤੁਹਾਡਾ ਆਣਾ ਚਾਹੀਦਾ ਦੂਸਰੇ ਸਵਾਲ ਦਾ, ਠੀਕ। हाँ जी, 7वां सवाल साडे कोल है, एक एलीवेटर जिहड़ा किसी खान दे विच 6 मीटर प्रति मिनट की दर नाल थले जांदा है, मतलब 1 मिनट विच 6 मीटर जिहड़ा एलीवेटर है वो थले चली जांदा है। एलीवेटर मतलब जिवें आपां लिफ्ट लगी हुंदी है, ठीक है, लिफ्ट की गल करदे हां, बिल्डिंग्स दे विच लगी हुंदी है, बट एक खान दे विच लगी हो, जिवें कोले दी खान है, धरती दे थले जिहड़ी लिफ्ट हो जाती है, ठीक है। थल्लों थले ਜਿਹੜੇ ਮਜ਼ਦੂਰ ਨੇ ਕੰਮ ਕਰਨ ਵਾਲੇ ਲੇਬਰ ਹੈ ਉਹ ਉਸ ਸ਼ਿਫਟ ਦੇ ਇਸ ਐਲੀਵੇਟਰ ਦੇ ਵਿੱਚ ਨੀਚੇ ਜਾਂਦੀ ਹੋਏਗੀ ਜਾਂ ਨੀਚੋਂ ਜਿਹੜਾ ਸਮਾਨ ਉਹ ਉੱਪਰ ਬਾਹਰ ਲੈ ਕੇ ਆਂਦੀ ਹੋਏਗੀ, ਠੀਕ ਹੈ। तो 6 ਮੀਟਰ 1 ਮਿੰਟ ਦੇ ਵਿੱਚ ਇਹ ਥੱਲੇ ਜਾਂਦੀ ਹੈ। ਜੇਕਰ ਥੱਲੇ ਜਾਣਾ ਧਰਤੀ ਦੇ ਤਲ ਤੋਂ 10 ਮੀਟਰ ਉੱਪਰ ਤੋਂ ਸ਼ੁਰੂ ਹੋਵੇ ਤਾਂ -350 ਮੀਟਰ ਪਹੁੰਚਣ ਤੇ ਕਿੰਨਾ ਸਮਾਂ ਲੱਗੇਗਾ, ਠੀਕ ਹੈ। तो आओ ਅਸੀਂ ਦੇਖਦੇ ਹਾਂ ਇਹਦੇ ਵਾਸਤੇ। ਸਭ ਤੋਂ ਪਹਿਲਾਂ ਮੰਨ ਲਓ ਇਹ ਸਾਡੇ ਕੋਲ ਧਰਤੀ ਹੈ, ਇਹ ਧਰਤੀ ਦੀ ਸਤਹ ਹੈ। ਇੱਥੋਂ ਜਿਹੜਾ ਐਲੀਵੇਟਰ ਹੈ ਉਹ ਸਟਾਰਟ ਹੁੰਦਾ ਹੈ 10 ਮੀਟਰ ਉੱਪਰੋਂ ਔਰ ਉਹ ਹੇਠਾਂ ਤੱਕ ਜਾਂਦਾ ਹੈ, ਠੀਕ। ਆਪਾਂ ਮੰਨ ਲੈਂਦੇ ਕਿ ਇੱਥੇ ਤੱਕ ਜਾਂਦਾ ਹੈ, ਠੀਕ ਹੈ। ਇਹ ਜਿਹੜਾ ਸਾਡੇ ਕੋਲ ਇਹਨੂੰ ਅਸੀਂ 0 ਮੰਨ ਲਾਂਗੇ, ਇਹ ਸਾਡੇ ਕੋਲ 0 ਹੈ, ਗਰਾਊਂਡ ਲੈਵਲ, ਠੀਕ ਹੈ। ਔਰ ਇਹ ਸਾਡੇ ਕੋਲ 10 ਮੀਟਰ ਦਾ ਡਿਸਟੈਂਸ ਹੈ, 10 ਮੀਟਰ ਦੀ ਹਾਈਟ ਹੈ ਸਾਡੇ ਕੋਲ, ਔਰ ਇਹ ਸਾਡੇ ਕੋਲ 10 ਮੀਟਰ ਦੀ ਹਾਈਟ ਹੈ, ਠੀਕ ਹੈ। ਔਰ ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਐਲੀਵੇਟਰ ਹੈ ਉਹ -350 ਮੀਟਰ ਹੇਠਾਂ ਜਾਂਦਾ ਹੈ, ਠੀਕ ਹੈ। 0 ਤੋਂ 350 ਮੀਟਰ ਥੱਲੇ ਜਾਂਦਾ ਹੈ। ਮੰਨ ਲਓ ਇਹ ਵਾਲਾ ਪੁਆਇੰਟ ਹੈ ਜਿਹੜਾ ਸਾਡੇ ਕੋਲ -350 ਮੀਟਰ ਨੂੰ ਦਰਸਾਉਂਦਾ ਹੈ, ਠੀਕ ਹੈ। तो अगर ਅਸੀਂ ਕੁੱਲ ਦੇਖੀਏ, ਕੁੱਲ ਐਲੀਵੇਟਰ ਨੇ ਕਿੰਨਾ ਡਿਸਟੈਂਸ ਕਵਰ ਕੀਤਾ ਹੈ। 0 ਤੋਂ ਥੱਲੇ ਤੱਕ 350 ਮੀਟਰ ਹੈ, 350 ਮੀਟਰ, ਪਰ 0 ਤੋਂ ਉੱਪਰ ਕਿਉਂਕਿ ਉਹ 10 ਮੀਟਰ ਉੱਪਰ ਤੋਂ ਸਟਾਰਟ ਹੋਇਆ ਗਰਾਊਂਡ ਤੋਂ ਬਾਹਰ, ਤੇ 10 ਮੀਟਰ ਅਸੀਂ ਇਹ ਵੀ ਕਵਰ ਕਰਾਂਗੇ, ਤਾਂ ਟੋਟਲ ਜਿਹੜਾ ਸਾਡੇ ਕੋਲ 360 ਮੀਟਰ ਬਣ ਜਾਂਦਾ ਹੈ, ਠੀਕ ਹੈ। 1 ਮਿੰਟ ਦੇ ਵਿੱਚ ਉਹ 6 ਮੀਟਰ ਹੇਠਾਂ ਜਾਂਦਾ ਹੈ, ਤਾਂ 360 ਮੀਟਰ ਕਿੰਨੇ ਟਾਈਮ ਦੇ ਵਿੱਚ ਐਲੀਵੇਟਰ ਕਵਰ ਕਰੇਗਾ, ਇਹ ਅਸੀਂ ਇਸ ਸਵਾਲ ਦੇ ਵਿੱਚ ਪਤਾ ਕਰਨਾ। ਐਲੀਵੇਟਰ ਨੇ 10 ਮੀਟਰ ਉੱਪਰ ਤੋਂ ਸਟਾਰਟ ਕਰਕੇ 350 ਮੀਟਰ ਹੇਠਾਂ ਤੱਕ ਗਿਆ, ਤਾਂ ਐਲੀਵੇਟਰ ਵੱਲੋਂ ਕੁੱਲ ਤੈਅ ਕੀਤੀ ਗਈ ਦੂਰੀ ਐਲੀਵੇਟਰ ਵੱਲੋਂ ਕੁੱਲ ਤੈਅ ਕੀਤੀ ਗਈ ਦੂਰੀ ਕਿੰਨੀ ਹੋਏਗੀ ਦੂਰੀ? 10 ਮੀਟਰ ਇਹ ਹੈ ਸਾਡੇ ਕੋਲ, ਠੀਕ ਹੈ। ਤਾਂ ਕਿਉਂਕਿ ਜਿਹੜੀ ਐਲੀਵੇਟਰ ਨੀਚੇ ਗਿਆ ਹੈ ਤਾਂ ਅਸੀਂ ਉਹਨੂੰ ਵਿੱਚੋਂ ਮਾਈਨਸ ਕਰਾਂਗੇ, ਬਾਕੀ ਜਿਹੜੀ ਦੂਰੀ ਉਹਨੇ ਥੱਲੇ ਲਾਸਟ ਪੁਆਇੰਟ ਜਿਹੜਾ ਉਹਦੇ ਕੋਲ ਹੈਗਾ, ਠੀਕ ਹੈ। ਐਲੀਵੇਟਰ ਦਾ ਸਟਾਰਟਿੰਗ ਪੁਆਇੰਟ ਜਿਹੜਾ 10 ਮੀਟਰ ਸੀ, ਲਾਸਟ ਪੁਆਇੰਟ ਉਹਦਾ ਸਾਡੇ ਕੋਲ -350 ਮੀਟਰ ਸੀ। ਤਾਂ ਟੋਟਲ ਡਿਸਟੈਂਸ ਕੱਢਣ ਵਾਸਤੇ ਅਸੀਂ 10 ਮੀਟਰ ਦੇ ਵਿੱਚੋਂ -350 ਮੀਟਰ ਨੂੰ ਘਟਾ ਦੇਵਾਂਗੇ, ਠੀਕ ਹੈ। ਤਾਂ ਉਹ ਸਾਡੇ ਕੋਲ ਜਿਹੜਾ ਬਣਦਾ ਹੈਗਾ ਮਾਈਨਸ ਮਾਈਨਸ ਪਲੱਸ ਹੋ ਜਾਏਗਾ, ये बनेगा 10 मीटर जमा 350 मीटर बराबर 360 मीटर, ठीक है। तो एलीवेटर ने 360 मीटर डिस्टेंस ਜਿਹੜਾ ਕਵਰ ਕੀਤਾ ਹੈ। ਹੁਣ ਅਸੀਂ ਦੇਖਾਂਗੇ 6 ਮੀਟਰ ਕਵਰ ਕਰਨ ਦੇ ਲਈ ਐਲੀਵੇਟਰ ਕਿੰਨਾ ਟਾਈਮ ਲੈਂਦਾ ਹੈ, 1 ਮਿੰਟ ਲੈਂਦਾ ਹੈ, ਠੀਕ ਹੈ ਨਾ। ਤਾਂ 1 ਮੀਟਰ ਦੇ ਲਈ ਕਿੰਨਾ ਟਾਈਮ ਲਏਗਾ, ਫਿਰ ਉਦੋਂ ਤੋਂ ਅਸੀਂ 360 ਮੀਟਰ ਡਿਸਟੈਂਸ ਉਹ ਕਿੰਨੇ ਟਾਈਮ ਦੇ ਵਿੱਚ ਕਵਰ ਕਰਦਾ ਹੈ ਉਹ ਆਪਾਂ ਦੇਖਾਂਗੇ, ਠੀਕ ਹੈ। ਅਸੀਂ ਲਿਖਦੇ ਹਾਂ ਇਸ ਤੋਂ ਬਾਅਦ 6 ਮੀਟਰ ਐਲੀਵੇਟਰ ਨੂੰ 6 ਮੀਟਰ ਹੇਠਾਂ ਜਾਣ ਲਈ ਲੱਗਦਾ ਸਮਾਂ 6 ਮੀਟਰ ਹੇਠਾਂ ਜਾਣ ਲਈ ਲੱਗਦਾ ਸਮਾਂ। ये बराबर है साढ़े कोल 1 मिनट, ठीक है। तो एलीवेटर नू 1 मीटर हेठां जाण लई लगदा समा। हाँ जी, 1 मीटर हेठां जाण वास्ते 6 ਦੇ ਨਾਲ ਅਸੀਂ ਡਿਵਾਈਡ ਕਰਾਂਗੇ, 1/6 ਮਿੰਟ ਜਿਹੜੇ ਐਲੀਵੇਟਰ ਨੂੰ ਲੱਗਣਗੇ, ਭਾਵ ਕਿ 1 ਮਿੰਟ ਦਾ 6ਵਾਂ ਹਿੱਸਾ ਉਹਨੂੰ ਲੱਗੇਗਾ 1 ਮੀਟਰ ਹੇਠਾਂ ਜਾਣ ਲਈ। ਤੇ ਅਸੀਂ ਹੁਣ ਇਹ ਕੱਢਣਾ ਕਿ ਟੋਟਲ ਡਿਸਟੈਂਸ ਜਿਹੜਾ 360 ਮੀਟਰ ਉਹਨੇ ਕਵਰ ਕੀਤਾ ਹੈ, -350 ਮੀਟਰ ਤੱਕ ਜਾਣ ਲਈ ਉਹਦੇ ਵਾਸਤੇ ਕਿੰਨਾ ਸਮਾਂ ਲੱਗੇਗਾ, ਠੀਕ ਹੈ। तो एलिवेटर ਨੂੰ 360 ਮੀਟਰ
ਹੇਠਾਂ ਜਾਣ ਲਈ ਲੱਗਿਆ ਸਮਾਂ ਬਰਾਬਰ ਕੀ ਹੋਏਗਾ ਸਾਡੇ ਕੋਲ? ਲੱਗਿਆ ਸਮਾਂ ਸਾਡੇ ਕੋਲ ਕੀ ਹੋਏਗਾ? 360 ਦੇ ਨਾਲ ਅਸੀਂ 1/6 ਨੂੰ ਗੁਣਾ ਕਰ ਦਿਆਂਗੇ। ਠੀਕ ਹੈ, तो डिवाइड करोगे तो ये साडे कोल 60 मिनट बनते हैं। ठीक है, 60 मिनट का भाव है कि 1 घंटा। सो असी कह सकते हैं कि एलीवेटर नूं हेठां जाण दे लई 60 मिनट का जिहड़ा समा लगदा है। ठीक है, -350 मीटर तक पहुंचण लई 60 मिनट का समा लगेगा या 1 घंटे का समा लगेगा। ठीक है, इस तरह एलीवेटर नूं -350 मीटर तक जाण लई 60 मिनट का समा लगेगा। मिनट का समा लगेगा। ठीक है, 60 मिनट भी लिख सकते हैं असी, 1 घंटा भी लिख सकते हैं। ठीक है, तो इस ढंग दे नाल ये सवाल जिहड़ा तुसीं हल कर सकते हो। ठीक है स्टूडेंट्स, तो ये साडे कोल 1.4 एक्सरसाइज का लास्ट क्वेश्चन सी। ਤੇ ਇਸ ਤੋਂ ਬਾਅਦ ਨੈਕਸਟ ਚੈਪਟਰ ਦੇ ਨਾਲ ਨੈਕਸਟ ਕੁਐਸਚਨਸ ਦੇ ਨਾਲ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ। ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਤੇ ਵੀਡੀਓ ਨੂੰ ਰਿਪੀਟ ਕਰਕੇ ਦੇਖ ਸਕਦੇ ਹੋ। ਠੀਕ ਹੈ, ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ।